ਮੋਂਗਾ ਸਰ ਦੀ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ MCQ ਸੀਰੀਜ਼ ਪਾਰਟ 14, ਯਾਨੀ ਕਿ 13 ਪਾਰਟ ਮੇਰੇ ਵੱਲੋਂ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਨੇ। ਇਹ ਪਾਰਟ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨਾਂ ਤੇ ਆਪਾਂ ਚਰਚਾ ਕਰਾਂਗੇ। ਇਹ ਸਾਰੇ ਹੀ ਪ੍ਰਸ਼ਨ ਤੁਹਾਨੂੰ PAS, NAS, NMMS, NTSC ਆਦि ਦੀ ਤਿਆਰੀ ਲਈ ਕੰਮ ਆਉਣਗੇ। ਮੇਰੇ ਕੋਲ ਜਿਹੜਾ ਪ੍ਰਸ਼ਨ ਬੈਂਕ ਹੈ ਉਸ ਦੇ ਕੁਐਸਚਨ ਨੰਬਰ 67 ਤੋਂ ਆਪਾਂ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 67 ਸ਼ੁਰੂ ਕਰਦੇ ਹਾਂ। 17 ਦੀ ਘਾਤ 23 ਗੁਣਾ 22 ਦੀ ਘਾਤ 46 ਗੁਣਾ 33 ਦੀ ਘਾਤ 9 ਵਿੱਚ ਇਕਾਈ ਦਾ ਅੰਕ ਕੀ ਹੋਵੇਗਾ? ਪਿਆਰੇ ਵਿਦਿਆਰਥੀਓ, ਇਹਦਾ ਉੱਤਰ ਹੈ 6। ਪਰ ਉਹ 6 ਆਇਆ ਕਿਵੇਂ? ਤੁਹਾਨੂੰ ਇਉਂ ਲੱਗਦਾ ਵੀ ਇਹ ਬਹੁਤ ਮੁਸ਼ਕਿਲ ਪ੍ਰਸ਼ਨ ਹੈ, ਬੜਾ ਸਮਾਂ ਲੱਗੇਗਾ ਔਰ ਬੱਚੇ ਬੜਾ ਸਮਾਂ ਖਰਾਬ ਕਰ ਦਿੰਦੇ ਆ। ਉਹ 17 ਨੂੰ 23 ਵਾਰੀ ਗੁਣਾ ਕਰਨ ਲੱਗ ਜਾਣਗੇ। ਤਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਸੌਖਾ ਤਰੀਕਾ ਦੱਸਦਾ। ਪਹਿਲਾਂ ਤਾਂ ਇਹ ਸਮਝੋ ਵੀ ਇਕਾਈ ਦੇ ਅੰਕ ਬਾਰੇ ਪੁੱਛਿਆ ਤਾਂ ਸਾਰੇ ਆਧਾਰ ਹੈ ਜਿਹੜੇ ਉਹਨਾਂ ਦਾ ਇਕਾਈ ਦਾ ਅੰਕ ਲਿਖੋ। ਤਾਂ ਪਹਿਲਾ ਆਧਾਰ 17 ਹੈ, ਉਹਦਾ ਇਕਾਈ ਦਾ ਅੰਕ 7, ਉਹਦੀ ਘਾਤ ਸਾਡੇ ਕੋਲੇ ਉਹੀ ਰਹੂਗੀ 23 ਗੁਣਾ। ਦੂਸਰਾ ਹੈ 22, ਉਹਦਾ ਇਕਾਈ ਦਾ ਅੰਕ 2, ਉਹਦੀ ਘਾਤ ਉਵੇਂ ਹੀ ਲਿਖ ਲਓ ਇੱਕ ਵਾਰੀ, ਗੁਣਾ 33 ਦੇ ਇਕਾਈ ਦਾ ਅੰਕ 3, ਉਹਦੀ ਘਾਤ ਤੁਸੀਂ ਉਸ ਤਰ੍ਹਾਂ ਹੀ 9 ਲਿਖ ਲਓ। ਹੁਣ ਪਿਆਰੇ ਵਿਦਿਆਰਥੀਓ, ਘਾਤਾਂ ਛੋਟੀਆਂ ਕਰਨੀਆਂ, ਉਹਦਾ ਤਰੀਕਾ ਕੀ ਹੈ ਕਿ ਹਰੇਕ ਘਾਤ ਨੂੰ 5 ਤੇ ਵੰਡ ਦਿਓ, ਜੋ ਬਾਕੀ ਬਚੇਗਾ ਉਹੀ ਘਾਤ ਲਿਖਣੀ ਆਪਾਂ। 5 ਤੇ ਵੰਡਿਆ 23 ਨੂੰ, 5 ਚੌਕਾ 20 ਬਚ ਗਿਆ 3, 7 ਦੀ ਘਾਤ 3, 5 9 45 ਬਚ ਗਿਆ 1, 2 ਦੀ ਘਾਤ 1, 5 ਏਕਮ 5, 9 ਚੋਂ 5 ਮਾਈਨਸ ਕੀਤੇ 4 ਬਚ ਗਏ, ਯਾਨੀ ਕਿ ਸਾਡੇ ਕੋਲੇ 3 ਦੀ ਘਾਤ ਕਿੰਨੀ ਬਚ ਗਈ? 4। ਬਸ ਇਹਨੂੰ ਹੁਣ ਤੁਸੀਂ ਜੇ ਸਰਲ ਕਰੋਗੇ ਤਾਂ ਇਹ ਕੀ ਹੋਊਗਾ? 7 ਦੀ ਘਾਤ 3 ਹੁੰਦਾ 343 ਗੁਣਾ 2 ਹੈ ਹੀ ਸਿੰਗਲ ਇਕਾਈ ਦਾ ਅੰਕ ਕੀ ਹੈ, ਤੇ 3 ਦੀ ਘਾਤ 4 ਹੁੰਦਾ ਹੈ 81, ਯਾਨੀ ਕਿ 81। ਹੁਣ ਵੀ ਸਾਨੂੰ ਇਕਾਈ ਦੇ ਅੰਕ ਹੀ ਕੰਮ ਆਉਣੇ ਆ, ਉਹਨਾਂ ਤੇ ਰਾਉਂਡ ਲਾ ਕੇ ਅਸੀਂ ਇਕੱਲੇ ਉਹਨਾਂ ਨੂੰ ਹੀ ਗੁਣਾ ਕਰਨਾ ਬਸ। ਤਾਂ ਉਹ ਕੀ ਹੋ ਗਿਆ? 3 ਦੂਣੀ 6 ਏਕਮ 6, ਯਾਨੀ ਕਿ ਇਹ ਸਾਰਿਆਂ ਦਾ ਜਿਹੜਾ ਗੁਣਨਫਲ ਹੋਊਗਾ ਉਹਦਾ ਇਕਾਈ ਦਾ ਅੰਕ 6 ਹੋਊਗਾ, ਯਾਨੀ ਕਿ ਆਪਸ਼ਨ A ਤੁਹਾਡਾ ਸਹੀ ਜਵਾਬ ਹੈ। ਕੁਐਸਚਨ ਨੰਬਰ 68 ਬੜਾ ਸੌਖਾ ਹੈ। 3 ਦੀ ਘਾਤ 0। ਪਿਆਰੇ ਵਿਦਿਆਰਥੀਓ, ਕਿਸੇ ਵੀ ਸੰਖਿਆ ਦੀ ਘਾਤ 0 ਹੋਵੇ ਉਹਦਾ ਜਿਹੜਾ ਆਨਸਰ 1 ਹੁੰਦਾ ਹੈ, ਤਾਂ ਇਸ ਵੇਲੇ ਸਾਡੀ ਆਪਸ਼ਨ C ਹੈ, ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 69 ਸਾਡੇ ਕੋਲੇ ਦੋ ਸੰਖਿਆਵਾਂ ਦੇ ਉੱਪਰ ਘਾਤਾਂ ਨੇ, ਵਿਚਾਲੇ ਗੁਣਾ ਦਾ ਚਿੰਨ੍ਹ ਹੈ, ਯਾਨੀ ਕਿ ਆਧਾਰ ਸਮਾਨ ਹੈ, ਵਿਚਕਾਰ ਗੁਣਾ ਦਾ ਚਿੰਨ੍ਹ ਹੋਵੇ ਤਾਂ ਘਾਤਾਂ ਦਾ ਜੋੜ ਹੋ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਆਪਾਂ ਰਫ ਕੰਮ ਕਰਦੇ ਹਾਂ। ਜਿਹੜੀ ਰਕਮ ਸਾਡਾ ਆਧਾਰ ਹੈ -4, ਉਹਦੀਆਂ ਘਾਤਾਂ ਜਿਹੜੀਆਂ ਇੱਕ 5 ਹੈ ਤੇ ਦੂਸਰੇ ਦੀ ਘਾਤ ਜਿਹੜੀ ਹੈਗੀ ਆ ਉਹ -10 ਹੈ। ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ, ਜ਼ੁਬਾਨੀ ਵੀ ਅਸੀਂ ਲਿਖ ਸਕਦੇ ਹਾਂ। ਕਹਿਣ ਦਾ ਮਤਲਬ ਜਿਹੜਾ ਹੈ ਉਹ -4 ਦੀ ਘਾਤ 10 ਮਾਈਨਸ ਦੇ ਹੋਣ ਕਰਕੇ -5 ਬਣ ਜਾਊਗੀ। 4 ਨੂੰ ਬ੍ਰੈਕਟ ਵਿੱਚ ਉਸ ਤਰ੍ਹਾਂ ਹੀ ਰੱਖ ਲਓ। ਤਾਂ ਆਨਸਰਾਂ ਦੇ ਵਿੱਚ ਜਿਹੜਾ ਹੈਗਾ ਹੈ ਉਹ -4 ਹੇਠਾਂ ਚਲਾ ਗਿਆ ਹੈ ਤੇ ਉਹ ਘਾਤ -5 ਹੈ ਜਿਹੜੀ ਉਹ ਪਲੱਸ ਦੀ ਬਣ ਜੂਗੀ। ਯਾਨੀ ਕਿ ਜੇ ਸਾਡੇ ਕੋਲੇ ਆਨਸਰ ਹੋਵੇ 1/-4, ਉਹ ਜਿਹੜੀ ਘਾਤ ਅੰਸ਼ ਰੂਪ ਚ ਮਾਈਨਸ ਦੀ ਸੀ ਉਹ ਹਰ ਰੂਪ ਵਿੱਚ ਜਦੋਂ ਉਲਟ ਕ੍ਰਮ ਹੋ ਜੂ ਤਾਂ ਉਹ +5 ਬਣ ਜੂ। ਯਾਨੀ ਕਿ ਇਹ ਵਾਲਾ ਆਨਸਰ ਚਾਹੀਦਾ ਸੀ, ਇੱਥੇ ਥੋੜੀ ਜਿਹੀ ਗਲਤੀ ਹੋ ਗਈ ਹੈ। ਮਾਈਨਸ ਦਾ ਚਿੰਨ੍ਹ ਜਿਹੜਾ ਇਹ ਬ੍ਰੈਕਟ ਦੇ ਅੰਦਰ ਹੋਣਾ ਚਾਹੀਦਾ ਸੀਗਾ, ਯਾਨੀ ਕਿ ਆਪਸ਼ਨ ਜਿਹੜਾ ਹੈਗਾ ਹੈ ਉਹ B ਸਹੀ ਹੈ। ਇਹਦੇ ਵਿੱਚ ਥੋੜਾ ਜਿਹਾ ਸੁਧਾਰ ਹੋਣ ਦੀ ਲੋੜ ਹੈ, ਯਾਨੀ ਕਿ ਇੱਥੇ -4 ਦੀ ਘਾਤ +5 ਹੋਣੀ ਚਾਹੀਦੀ ਹੈ। ਸੋ ਅਗਲਾ ਪ੍ਰਸ਼ਨ ਆਪਾਂ ਵੇਖਦੇ ਹਾਂ ਪਿਆਰੇ ਵਿਦਿਆਰਥੀਓ। ਉਹਦੇ ਵਿੱਚ ਕੀ ਹੈ? ਆਧਾਰ ਵੱਖਰੇ ਨੇ ਥੋੜੇ ਜਿਹੇ ਤੇ ਵਿਚਾਲੇ ਗੁਣਾ ਦਾ ਚਿੰਨ੍ਹ ਹੈ, ਇਵੇਂ ਹੋਣਾ ਤਾਂ ਘਾਤਾਂ ਦਾ ਜੋੜ ਹੈ, ਪਰ ਆਧਾਰ ਇੱਕੋ ਜਿਹੇ ਕਰਨੇ ਪੈਣੇ ਹੈ। ਤਾਂ ਉਹਦੇ ਵਾਸਤੇ ਕੀ ਹੈ ਕਿ ਜੇ ਅਸੀਂ 5/8 ਨੂੰ 8/5 ਬਣਾ ਦਈਏ ਤੇ ਮਾਈਨਸ ਦੀ ਘਾਤ ਨੂੰ ਅਸੀਂ ਪਲੱਸ ਦਾ ਬਣਾ ਸਕਦੇ ਹਾਂ। ਸੋ ਆਪਾਂ ਕੀ ਕਰਾਂਗੇ? 8/5 ਲਿਖ ਕੇ ਜਿਹੜੀ ਘਾਤ ਸਾਡੇ ਕੋਲੇ ਮਾਈਨਸ ਵਾਲੀ ਸੀ ਉਹ +7 ਬਣ ਗਿਆ। ਇਹਦੇ ਨਾਲ ਕੀ ਹੋ ਗਿਆ? ਸੌਖਾ ਕਿ ਦੂਸਰਾ ਆਧਾਰ ਪਹਿਲਾਂ ਹੀ 8/5 ਹੈ ਤੇ ਉਹਦੀ ਘਾਤ ਹੈਗੀ ਆ -5। ਪਰ ਵਿਦਿਆਰਥੀ ਥੋੜਾ ਜਿਹਾ ਹੋਰ ਸਰਲ ਕਰੋਗੇ ਤਾਂ 8/5 ਘਾਤਾਂ ਦਾ ਜੋੜ ਹੋਊਗਾ, ਯਾਨੀ ਕਿ ਇੱਕ ਪਲੱਸ ਦੀ ਘਾਤ ਹੈ ਇੱਕ ਮਾਈਨਸ ਦੀ ਆ, ਤਾਂ ਪਲੱਸ ਦੇ 2 ਰਹਿ ਗਏ। ਇਹਨੂੰ ਹੁਣ ਸਰਲ ਰੂਪ ਵਿੱਚ 8 ਦੀ ਘਾਤ ਵੱਖਰੀ 2 64, ਥੱਲੇ 5 ਦੀ ਘਾਤ ਵੱਖਰੇ ਰੂਪ 'ਚ 2 25, ਯਾਨੀ ਕਿ ਆਪਸ਼ਨ C ਆ ਉਹ ਸਹੀ ਹੈ। ਕੁਐਸਚਨ ਨੰਬਰ 71 3 ਦੀ ਘਾਤ -1 +4 ਦੀ ਘਾਤ -1 +5 ਦੀ ਘਾਤ -1 ਪਰ ਸਾਰੇ ਦੀ ਘਾਤ 0 ਹੈ। ਬ੍ਰੈਕਟ ਨੂੰ ਹੱਲ ਕਰੋ ਚਾਹੇ ਨਾ ਕਰੋ, ਕਿਉਂਕਿ ਇਸ ਬ੍ਰੈਕਟ ਦੇ ਉੱਪਰ ਘਾਤ 0 ਹੈ ਤਾਂ ਕਿਸੇ ਵੀ ਚੀਜ਼ ਦੇ ਉੱਪਰ ਘਾਤ 0 ਦਾ ਆਨਸਰ 1 ਹੁੰਦਾ ਹੈ।
यानी कि बी ऑप्शन तुहाडी सही है। क्वेश्चन नंबर 72 0.000002 ਦਾ ਮਿਆਰੀ ਰੂਪ ਲਿਖੋ ਜਾਂ ਮਿਆਰੀ ਰੂਪ ਕਿਹੜਾ ਹੈ। ਪਿਆਰੇ ਵਿਦਿਆਰਥੀਓ, ਜਿਨ੍ਹਾਂ ਨੂੰ ਮਿਆਰੀ ਰੂਪ ਕਰਨਾ ਆਉਂਦਾ ਉਹ ਬੜੀ ਆਸਾਨੀ ਨਾਲ ਇਸ ਪ੍ਰਸ਼ਨ ਕਰ ਲੈਣਗੇ। ਜਿਸ ਸੰਖਿਆ ਦੇ ਵਿੱਚ ਸਾਨੂੰ ਦਸ਼ਮਲਵ ਨਜ਼ਰ ਆਉਂਦਾ ਹੈ ਉਹ ਦਸ਼ਮਲਵ ਨੂੰ ਆਪਾਂ ਉੱਥੋਂ ਮੂਵ ਕਰਕੇ ਕਿਸੇ ਬਿਨਾ ਸਿਫਰ ਵਾਲੇ ਇੱਕ ਅੰਕ ਦੇ ਪਿੱਛੇ ਯਾਨੀ ਕਿ ਉਹਦੇ ਸੱਜੇ ਪਾਸੇ ਲੈ ਕੇ ਜਾਣਾ ਹੈ। ਯਾਨੀ ਕਿ ਅਸੀਂ ਇਸ ਦਸ਼ਮਲਵ ਨੂੰ 2 ਦੇ ਨਾਲ ਲੈ ਕੇ ਜਾਣਾ ਹੈ। ਤਾਂ ਉਹਦੇ ਵਿੱਚ ਹੁੰਦਾ ਕੀ ਹੈ, ਜਦੋਂ ਦਸ਼ਮਲਵ ਸੱਜੇ ਪਾਸੇ ਨੂੰ ਮੂਵ ਕਰਦਾ ਹੈ ਤਾਂ ਆਪਾਂ ਉਹ ਸਟੈਪ ਗਿਣ ਲਓ। ਤਾਂ 1 2 3 4 5 6 ਯਾਨੀ ਕਿ ਆਪਣੇ ਕੋਲੋਂ 10 ਦੀ ਘਾਤ -6 ਲਾ ਲਓ। ਜਦੋਂ ਦਸ਼ਮਲਵ ਸੱਜੇ ਪਾਸੇ ਨੂੰ ਮੂਵ ਕਰੇ 10 ਦੀ ਘਾਤ, ਉਹਦੇ ਅੱਗੇ ਗੁਣਾ ਦਾ ਚਿੰਨ੍ਹ ਪਾ ਲਓ ਤੇ ਜਿਹੜਾ ਤੁਹਾਡੇ ਕੋਲੇ 2 ਤੋਂ ਬਾਅਦ ਦਸ਼ਮਲਵ ਹੈ ਉਹ ਲਗਾ ਕੇ ਪਿੱਛੇ ਇੱਕ ਤਾਂ ਹੈਗਾ ਹੀ ਹੈਗਾ। ਹੁਣ ਜਦੋਂ ਦਸ਼ਮਲਵ ਵੀ ਇੱਥੇ ਮੂਵ ਹੋ ਗਿਆ, ਅਗਲੀਆਂ ਸਿਫਰਾਂ ਜਿਹੜੀਆਂ ਉਹਦਾ ਕੋਈ ਮਾਇਨੇ ਨਹੀਂ ਹੈ। ਸਾਡੇ ਕੋਲੇ ਆਨਸਰ ਹੋ ਗਿਆ 2.1 ਗੁਣਾ 10 ਦੀ ਘਾਤ -6 ਯਾਨੀ ਕਿ ਇਸ ਵੇਲੇ ਤੁਹਾਡੀ ਬੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਇਸੇ ਤਰ੍ਹਾਂ ਅਗਲੇ ਦੇ ਵਿੱਚ ਸਾਨੂੰ ਦਸ਼ਮਲਵ ਨਜ਼ਰ ਆ ਰਿਹਾ ਹੈ ਮਿਆਰੀ ਰੂਪ ਚ ਪਹਿਲੇ ਹੀ ਹੈ ਕਿਉਂਕਿ 10 ਦੀ ਜਿਹੜੀ ਹੈ ਉਹ ਘਾਤ 4 ਲਿਖੀ ਹੋਈ ਹੈ। ਇੱਥੇ ਤੁਸੀਂ ਬੜੇ ਆਰਾਮ ਨਾਲ ਕੀ ਹੈ ਕਿ ਜੇ ਅਸੀਂ 10 ਦੀ ਘਾਤ 4 ਵਾਲਾ ਭਾਗ ਹਟਾਉਣਾ ਹੈ ਤਾਂ ਉਹ ਏਕੇ ਨਾਲ 4 ਸਿਫਰਾਂ ਹੈ। ਜਦੋਂ ਏਕੇ ਨਾਲ 4 ਸਿਫਰਾਂ ਇਹਦੇ ਨਾਲ ਗੁਣਾ ਹੋਣਗੀਆਂ ਉਹਦੇ ਚੋਂ ਇੱਕ ਸਿਫਰ ਕੱਟੀ ਜਾਊਗੀ। ਕਿਉਂਕਿ ਜਿਹੜਾ ਇਹ ਦਸ਼ਮਲਵ ਹੈ ਅਗਰ ਇਹਦਾ ਹਟਾਉਣੇ ਅਸੀਂ ਤਾਂ ਬਟਿਆਂ 'ਚ 10 ਜਾਣਗੇ, ਉਸ 10 ਨੇ ਅੰਸ਼ ਵਾਲੀਆਂ ਜਿਹੜੀਆਂ 4 ਸਿਫਰਾਂ ਕੱਟ ਦੇਣੀਆਂ ਯਾਨੀ ਕਿ ਉਹ 45/10 ਗੁਣਾ 10 ਦੀ ਘਾਤ 4 ਉਹ ਤੁਹਾਡੀਆਂ 3 ਸਿਫਰਾਂ ਰਹਿ ਜਾਣਗੀਆਂ 45 ਨਾਲ, ਯਾਨੀ ਕਿ ਇਹ ਆਪਸ਼ਨ ਤੁਹਾਡੀ ਸਹੀ ਜਵਾਬ ਹੋਏਗਾ। ਇਸੇ ਤਰੀਕੇ ਨਾਲ ਕੁਐਸਚਨ ਨੰਬਰ 74 ਇਹ ਸੂਤਰ ਹੀ ਹੈ ਆਧਾਰ ਸਮਾਨ ਵਿਚਕਾਰ ਵੰਡ ਦਾ ਚਿੰਨ੍ਹ। ਤਾਂ ਆਧਾਰ ਨੂੰ ਇੱਕ ਵਾਰੀ ਲਿਖ ਕੇ ਪਹਿਲੀ ਘਾਤ ਮਾਈਨਸ ਦੂਜੀ ਘਾਤ ਯਾਨੀ ਕਿ ਸੀ ਆਪਸ਼ਨ ਸਾਡੀ a ਦੀ ਘਾਤ m-n ਸਹੀ ਜਵਾਬ ਹੈ। ਕੁਐਸਚਨ ਨੰਬਰ 75 169 ਦੀ ਘਾਤ 1/2 ਦਾ ਮੁੱਲ ਪਤਾ ਕਰੋ। ਪਿਆਰੇ ਵਿਦਿਆਰਥੀਓ, 1/2 ਜਿਹੜੀ ਘਾਤ ਹੁੰਦੀ ਆ ਅਸਲ 'ਚ ਉਹਨੂੰ ਅਸੀਂ ਵਰਗਮੂਲ ਵੀ ਕਹਿ ਸਕਦੇ ਹਾਂ। ਤਾਂ 169 ਦਾ ਵਰਗਮੂਲ ਜੇ ਤੁਹਾਨੂੰ ਵਰਗਾਂ ਵਾਲੇ ਪਹਾੜੇ ਆਉਂਦੇ ਤਾਂ 13 169 ਹੁੰਦੇ ਆ, ਤਾਂ ਯਾਨੀ ਕਿ ਆਪਸ਼ਨ ਸੀ ਆ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 76 ਬੜਾ ਸੌਖਾ ਹੈ। ਸੰਖਿਆ 3853 ਦੇ ਵਰਗ ਦੀ ਇਕਾਈ ਦਾ ਅੰਕ। ਪਿਆਰੇ ਵਿਦਿਆਰਥੀਓ, ਸਾਰੀ ਸੰਖਿਆ ਦਾ ਵਰਗ ਕਰਨ ਦੀ ਲੋੜ ਨਹੀਂ, ਤੁਹਾਨੂੰ ਮਤਲਬ ਇਕਾਈ ਦੇ ਅੰਕ ਨਾਲ ਹੈ। ਕੱਲੇ ਇਕਾਈ ਦਾ ਅੰਕ ਦਾ ਹੀ ਵਰਗ ਕਰ ਦਿਓ। ਇਕਾਈ ਦਾ ਅੰਕ 3 ਹੈ, 3 ਦਾ ਵਰਗ 9 ਯਾਨੀ ਕਿ ਪੂਰੀ ਸੰਖਿਆ ਦਾ ਵਰਗ ਕਰਨ ਤੇ ਵੀ ਇਕਾਈ ਦਾ ਅੰਕ 9 ਹੀ ਆਵੇਗਾ। ਆਪਸ਼ਨ ਈ ਸਹੀ ਵਿਕਲਪ ਹੈ। ਕੁਐਸਚਨ ਨੰਬਰ 77 ਸੰਖਿਆ 4096 ਦਾ ਵਰਗਮੂਲ ਪਤਾ ਕਰੋ। ਪਿਆਰੇ ਵਿਦਿਆਰਥੀਓ, ਵਰਗਮੂਲ ਪਤਾ ਕਰਨ ਦੀਆਂ ਭਾਵੇਂ ਅਨੇਕਾਂ ਵਿਧੀਆਂ ਹੈ, ਪਰ ਸਭ ਤੋਂ ਘੱਟ ਟਾਈਮ ਵਾਲੀ ਵਿਧੀ ਕੀ ਹੈ ਕਿ ਤੁਸੀਂ ਪਿਛਲੇ ਪਾਸੇ ਤੋਂ ਜੋੜੇ ਬਣਾ ਲਓ ਤਾਂ ਇੱਕ ਜੋੜਾ ਬਣ ਗਿਆ, ਅੱਗੇ ਵੀ ਇੱਕ ਜੋੜਾ ਬਣ ਗਿਆ, ਅਗਲਾ ਅੰਕ ਇੱਕ ਵੀ ਰਹਿ ਸਕਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਪਿਛਲੇ 2 ਅੰਕ ਹੈ ਇਹਨਾਂ ਦਾ ਅਗਰ ਵਰਗਮੂਲ ਕੱਢੀਏ ਤਾਂ ਇਕਾਈ ਦੇ ਅੰਕ ਨੂੰ ਵੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ 6 ਇਕਾਈ ਦੇ ਅੰਕ ਤੇ ਕੋਈ ਸੰਖਿਆ ਹੈਗੀ ਹੈ। ਅਗਰ ਉਹਦਾ ਵਰਗਮੂਲ ਕੱਢਾਂਗੇ ਉਹ ਜਾਂ ਤਾਂ 4 ਹੋਏਗਾ ਕਿਉਂਕਿ 4 ਦਾ ਵਰਗ 16 ਹੁੰਦਾ, ਉਹ ਤੋਂ 6 ਆਉਂਦਾ, ਤੇ ਜਾਂ ਉਹ ਸੰਖਿਆ 6 ਹੋਏਗੀ। ਯਾਨੀ ਕਿ ਇਸ ਸੰਖਿਆ ਦਾ ਵਰਗਮੂਲ ਕੱਢਣ ਲਈ ਇਹਨਾਂ ਅਖੀਰਲੇ 2 ਅੰਕਾਂ ਤੋਂ ਪ੍ਰਾਪਤ ਅੰਕ ਜਾਂ 4 ਹੋਏਗਾ ਤੇ ਜਾਂ 6 ਹੋਏਗਾ। ਹੁਣ ਇੱਥੇ ਸਾਰੀਆਂ ਆਪਸ਼ਨ ਦੇ ਵਿੱਚ 6 ਵੀ ਹੈਗਾ ਤੇ 4 ਵੀ ਹੈਗਾ। ਹੁਣ ਦਹਾਈ ਦਾ ਅੰਕ ਜਿਹੜਾ ਹੈ ਉਹ 40 ਤੋਂ ਪ੍ਰਾਪਤ ਹੋਊਗਾ, ਯਾਨੀ ਕਿ 4 ਜਾਂ 6 ਦੇ ਅੱਗੇ ਦਹਾਈ ਦਾ ਅੰਕ ਜਿਹੜਾ ਉਹ 40 ਤੋਂ ਪਤਾ ਲੱਗੂ। ਅਗਰ 40 ਦਾ ਵਰਗਮੂਲ ਨਿਕਲਦਾ ਹੈ ਤਾਂ ਕੱਢ ਲਓ, ਪਰ 40 ਪੂਰਨ ਵਰਗ ਸੰਖਿਆ ਨਹੀਂ ਹੈ। ਫਿਰ 40 ਤੋਂ ਹੇਠਾਂ ਵੱਲ ਜਾਂਦੇ ਆ 39 38 37 36 36 ਦਾ ਵਰਗਮੂਲ ਨਿਕਲਦਾ, ਉਹ ਕੀ ਹੁੰਦਾ 6। ਤਾਂ ਹੁਣ ਆਪਾਂ ਦੇਖਣਾ ਵੀ 6 ਦੇ ਅੱਗੇ 6 ਲਿਖਿਆ ਉਹ ਸੰਖਿਆ ਹੈਗੀ ਹੈ ਨਹੀਂ, 4 ਦੇ ਅੱਗੇ ਆਪਾਂ 6 ਲਾਈਏ ਤਾਂ ਉਹ ਸੰਖਿਆ ਹੈਗੀ, ਯਾਨੀ ਕਿ ਈਡੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 78 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। ਪਿਆਰੇ ਵਿਦਿਆਰਥੀਓ, ਪਹਿਲਾਂ ਆਪਾਂ ਉਹ ਸੰਖਿਆ ਪਤਾ ਕਰਾਂਗੇ ਜਿਹੜੀ ਸਧਾਰਨ ਹੋਵੇ, ਵਰਗ ਨਾ ਹੋਵੇ, ਪਰ ਉਹ 4 9 10 ਤੇ ਵੰਡੀ ਜਾਵੇ। ਯਾਨੀ ਕਿ 4 9 ਤੇ 10 ਦਾ ਲਘੁੱਤਮ ਸਮਾਪ ਵਰਤਿਆ
ਉਹ ਸੰਖਿਆ ਹੁੰਦੀ ਹੈ ਜੋ ਇਹਨਾਂ ਤਿੰਨਾਂ ਤੇ ਵੰਡੀ ਜਾਊਗੀ। ਤਾਂ ਆਪਾਂ ਉਹ ਕੀ ਕੱਢਾਂਗੇ, ਜੇ ਆਪਾਂ ਇਹਨੂੰ 2 ਤੇ ਡਿਵਾਈਡ ਕਰਦੇ ਹਾਂ, 2 2 4, ਇੱਥੇ 9 ਦਾ 9 ਰਹਿ ਗਿਆ, 2 5 10, ਫਿਰ ਆਪਾਂ ਕੀ ਕਰਦੇ ਹਾਂ 2 1 2 2 9 ਉਵੇਂ ਰਹਿ ਗਿਆ, 5 ਉਵੇਂ ਰਹਿ ਗਿਆ। ਹੁਣ ਇਹਨਾਂ ਵਿੱਚ ਕੋਈ ਸਾਂਝਾ ਗੁਣਨਖੰਡ ਤਾਂ ਹੋਰ ਹੈ ਨਹੀਂ, ਜੇ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ। 9 ਇਹੀ 9 ਵਰਤ ਲੈਂਦੇ ਆ, 1 9 1 9, ਤੇ ਫਿਰ ਜੇ 5 ਨੂੰ ਵੀ ਅਸੀਂ ਵੰਡਣਾ ਤਾਂ ਫਿਰ ਸਾਡੇ ਕੋਲੇ ਅਖੀਰ ਦੇ ਉੱਤੇ ਸਾਰੇ ਏਕੇ ਆ ਜਾਣਗੇ। ਸਾਡੇ ਕੋਲੇ 2 ਗੁਣਾ 2 ਗੁਣਾ 9 ਗੁਣਾ 5, 2 ਦੂਣੀ 4, 4 5 20 ਆਇਆ 180, ਯਾਨੀ ਕਿ 180 ਉਹ ਸੰਖਿਆ ਹੈ ਜਿਹੜੀ 4 9 10 ਤੇ ਪੂਰੀ ਪੂਰੀ ਵੰਡੀ ਜਾਊਗੀ, ਕਿਉਂਕਿ ਲੱਲਾ ਸੱਸਾ ਵਾਵਾ ਉਹਨਾਂ ਸੰਖਿਆਵਾਂ ਤੇ ਪੂਰਾ ਪੂਰਾ ਵੰਡਿਆ ਜਾਂਦਾ ਜਿਨ੍ਹਾਂ ਤੋਂ ਅਸੀਂ ਪ੍ਰਾਪਤ ਕੀਤਾ ਹੈ। ਹੁਣ ਇਹ ਲੱਲਾ ਸੱਸਾ ਵਾਵਾ ਜਿਹੜਾ 180, ਇਹਨੂੰ ਚੈੱਕ ਕਰਨਾ ਹੈ ਕਿ ਇਹ ਪੂਰਨ ਵਰਗ ਹੈ ਕਿ ਨਹੀਂ, ਇਹ ਪੂਰਨ ਵਰਗ ਹੈ ਨਹੀਂ। ਤਾਂ ਆਪਾਂ ਇਸ ਨੂੰ ਪੂਰਨ ਵਰਗ ਬਣਾਉਣਾ ਹੈ। ਉਹ ਕੀ ਤਰੀਕਾ ਹੁੰਦਾ ਵੀ ਜਿਹੜੇ ਸਾਰੇ ਗੁਣਨਖੰਡ ਹੁੰਦੇ ਆ ਉਹਨਾਂ ਦੇ ਜੋਟੇ ਬਣਾਉਣੇ ਆ ਆਪਾਂ, ਤਾਂ ਪਹਿਲਾਂ ਗੁਣਨਖੰਡ ਬਣਾਵਾਂਗੇ। ਉਹ ਕੀ ਬਣਨਗੇ, ਇਸ ਤਰੀਕੇ ਨਾਲ ਆਪਾਂ ਅੱਜ ਗੁਣਨਖੰਡ ਬਣ ਗਏ, ਇਹ ਤੁਸੀਂ ਸਕਰੀਨ ਤੇ ਵੇਖ ਲਏ। 2 ਦੇ ਵੀ ਜੋਟਾ ਬਣ ਗਿਆ, 3 ਦਾ ਵੀ ਜੋਟਾ ਬਣ ਗਿਆ, 5 ਹੀ ਇੱਕ ਇਕਹਿਰੀ ਸੰਖਿਆ ਹੈ, ਇਹਦਾ ਜੋਟਾ ਬਣਾਉਣ ਲਈ ਦਿੱਤੀ ਸੰਖਿਆ ਨੂੰ ਅਸੀਂ 5 ਨਾਲ ਗੁਣਾ ਕਰਾਂਗੇ। ਤਾਂ 180 ਨੂੰ ਗੁਣਾ ਕਰਕੇ 5 ਨਾਲ, ਕਿਉਂਕਿ 180 ਆਪ ਪੂਰਨ ਵਰਗ ਨਹੀਂ ਹੈ ਪਰ ਤਿੰਨੇ ਸੰਖਿਆਵਾਂ ਤੇ ਵੰਡੀ ਜਾਂਦੀ ਹੈ। ਤਾਂ ਲੱਲਾ ਸੱਸਾ ਵਾਵਾ ਦਾ ਕੋਈ ਵੀ ਗੁਣਜ ਇਹਨਾਂ ਤਿੰਨਾਂ ਤੇ ਵੰਡਿਆ ਜਾਊ ਤਾਂ ਉਹ ਕਿਹੜਾ ਗੁਣਜ, ਅਸੀਂ 5 ਵਾਲਾ ਗੁਣਜ, ਜਾਣੀ 180 5 900 ਪਤਾ ਕੀਤਾ। 900 ਨਾਲੇ ਦਾ ਪੂਰਨ ਵਰਗ ਹੈ, ਨਾਲੇ ਇਹਨਾਂ ਤਿੰਨਾਂ ਸੰਖਿਆਵਾਂ ਤੇ ਪੂਰੀ ਪੂਰੀ ਵੰਡੀ ਜਾਵੇਗੀ। ਈਡੀ ਆਪਸ਼ਨ ਜਿਹੜੀ ਹੈ ਸਹੀ ਹੈ। ਕੁਐਸਚਨ ਨੰਬਰ 79, ਇੱਕ ਬਾਗ ਵਿੱਚ 2025 ਪੌਦੇ ਹਨ, ਇਸ ਤਰ੍ਹਾਂ ਲਗਾਏ ਗਏ ਹਨ ਕਿ ਹਰੇਕ ਲਾਈਨ ਵਿੱਚ ਉਨੇ ਹੀ ਪੌਦੇ ਹਨ ਜਿੰਨੀਆਂ ਲਾਈਨਾਂ ਦੀ ਸੰਖਿਆ ਹੈ। ਲਾਈਨਾਂ ਦੀ ਸੰਖਿਆ ਤੇ ਹਰੇਕ ਲਾਈਨ ਵਿੱਚ ਪੌਦੇ ਦੀ ਸੰਖਿਆ ਪਤਾ ਕਰੋ। ਪਿਆਰੇ ਵਿਦਿਆਰਥੀਓ, ਇਹ ਵਰਗਮੂਲ ਦਾ ਪ੍ਰਸ਼ਨ ਹੈ ਤੇ ਜਦੋਂ ਅਸੀਂ 2025 ਦਾ ਵਰਗਮੂਲ ਕੱਢਾਂਗੇ ਤਾਂ ਬੜਾ ਸੌਖਾ ਹੈ। ਪਿਛਲੇ 2 ਅੰਕਾਂ ਤੋਂ ਜਿਹੜਾ ਅੰਕ ਪ੍ਰਾਪਤ ਹੋਊਗਾ ਵਰਗਮੂਲ ਉਹ 5 ਹੈ। 20 ਦਾ ਵਰਗਮੂਲ ਨਹੀਂ ਨਿਕਲਦਾ, ਇਸ ਤੋਂ ਛੋਟੀ ਸੰਖਿਆ 16 ਹੈ। 16 ਦਾ ਵਰਗਮੂਲ 4 ਹੈ, ਯਾਨੀ ਕਿ 45 ਲਾਈਨਾਂ ਤੇ 45 ਪੌਦੇ। ਆੜਾ ਆਪਸ਼ਨ ਸਹੀ ਹੈ। ਇਸੇ ਤਰੀਕੇ ਨਾਲ ਹੀ ਇੱਕ ਵਰਗਾਕਾਰ ਖੇਤ ਦਾ ਖੇਤਰਫਲ 2304 ਵਰਗ ਮੀਟਰ ਹੈ। ਇਸ ਵਰਗਾਕਾਰ ਖੇਤ ਦੀ ਭੁਜਾ, ਪਿਆਰੇ ਵਿਦਿਆਰਥੀਓ, ਇਹ ਵੀ ਬਦਲ ਕੇ ਰਕਮ ਬਣਾਈ ਗਈ ਹੈ, ਲੇਕਿਨ ਜਦੋਂ ਸਾਡੇ ਕੋਲੇ ਵਰਗਾਕਾਰ ਦਾ ਖੇਤਰਫਲ ਦਿੱਤਾ ਹੋਵੇ ਤਾਂ ਉਹਦੀ ਇੱਕ ਭੁਜਾ ਵਰਗਮੂਲ ਹੀ ਹੁੰਦੀ ਹੈ। ਤਾਂ 2304 ਦਾ ਵਰਗਮੂਲ ਕੱਢਣ ਲਈ ਵੀ ਉਹੀ ਤਰੀਕਾ। ਪਿਛਲੇ 2 ਅੰਕਾਂ ਤੋਂ ਜੇ ਅਸੀਂ ਇਕਾਈ ਦਾ ਸਥਾਨ ਦਾ ਵਾਲਾ ਅੰਕ ਪ੍ਰਾਪਤ ਕਰਾਂਗੇ ਉਹ ਜਾਂ ਤਾਂ 2 ਹੋਊਗਾ, ਕਿਉਂਕਿ 2 ਦੂਣੀ 4 ਹੁੰਦਾ ਹੈ, ਤੇ ਜਾਂ ਹੋਊਗਾ ਉਹ 8। ਤਾਂ ਇੱਥੇ 2 ਤਾਂ ਕਿਸੇ ਦਾ ਇਕਾਈ ਦਾ ਅੰਕ ਹੈ ਹੀ ਨਹੀਂ, ਇਹਦਾ ਮਤਲਬ ਇਕਾਈ ਦਾ ਅੰਕ 8 ਹੈ। ਇਹੀ ਆਪਸ਼ਨ ਸਹੀ ਹੈ। ਜੇ ਅਸੀਂ 23 ਤੋਂ ਪ੍ਰਾਪਤ ਅੰਕ ਵਰਗਮੂਲ ਵਾਲਾ ਪਤਾ ਕਰਨਾ ਹੋਵੇ ਤਾਂ 23 ਤੋਂ ਛੋਟੀ ਸੰਖਿਆ 16 ਹੈ ਜਿਹਦਾ ਵਰਗਮੂਲ 4 ਹੈ, ਯਾਨੀ ਕਿ 48 ਕਨਫਰਮ ਹੈ। ਈਡੀ ਆਪਸ਼ਨ ਜਿਹੜੀ ਹੈ ਉਹ ਸਹੀ ਭੁਜਾ ਹੋਏਗੀ ਇਸ ਵਰਗਾਕਾਰ ਖੇਤ ਦੀ। ਇਸੇ ਤਰ੍ਹਾਂ 12.25 ਦਾ ਵਰਗਮੂਲ ਪਤਾ ਕਰੋ। ਪਿਆਰੇ ਵਿਦਿਆਰਥੀਓ, ਬਿਲਕੁਲ ਉਹੀ ਚੀਜ਼। ਪਿਛਲੇ 25 ਦਾ ਅਗਰ ਵਰਗਮੂਲ ਕੱਢਾਂਗੇ ਤਾਂ ਉਹ 5 ਹੀ ਹੁੰਦਾ ਹੈ। ਤੇ ਜਿਹੜੀ ਸੰਖਿਆ 12 ਹੈ, 12 ਤੋਂ ਹੇਠਾਂ ਕਿਹੜੀ ਸੰਖਿਆ, ਆਪਾਂ 12 ਤੋਂ ਹੇਠਾਂ 11 10 9, 9 ਪੂਰਨ ਵਰਗ ਹੈ। 9 ਦਾ ਜਿਹੜਾ ਵਰਗਮੂਲ ਆ ਉਹ 3 ਹੈ, ਯਾਨੀ ਕਿ ਦਸ਼ਮਲਵ ਦੇ ਪਿੱਛੇ 2 ਅੰਕ ਹੈ ਤਾਂ ਵਰਗਮੂਲ ਦੇ ਪਿੱਛੇ ਦਸ਼ਮਲਵ ਤੋਂ ਬਾਅਦ 1 ਹੀ ਅੰਕ ਹੋਊਗਾ, ਤੇ ਅੱਗੇ 12 ਤੋਂ 3 3.5, ਯਾਨੀ ਕਿ ਈਡੀ ਆਪਸ਼ਨ ਜਿਹੜੀ ਹੈਗੀ ਆ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 83, ਕਿਸੇ ਸਮਕੋਣ ਤ੍ਰਿਭੁਜ ABC ਵਿੱਚ ਕੋਣ B 90 ਡਿਗਰੀ ਹੈ ਅਤੇ AB 6 ਸੈਂਟੀਮੀਟਰ BC 8 ਸੈਂਟੀਮੀਟਰ ਦਾ AC ਪਤਾ ਕਰੋ। ਪਿਆਰੇ ਵਿਦਿਆਰਥੀਓ, ਆਪਾਂ ਰਫ ਚਿੱਤਰ ਬਣਾਵਾਂਗੇ। ਸਾਨੂੰ ਜਦੋਂ ਅਸੀਂ AB ਤੇ BC ਲਿਖਾਂਗੇ ਭੁਜਾਵਾਂ ਉਹ 6 ਤੇ 8 ਹੋਣਗੀਆਂ, ਕਿਉਂਕਿ ਸਮਕੋਣ B ਹੈ। ਤਾਂ ਆਪਣੇ ਆਪ ਜਿਹੜੀ ਤੀਜੀ ਭੁਜਾ AC ਆ ਉਹ ਕਰਨ ਰਹਿ ਜੂਗੀ। ਤਾਂ ਆਪਾਂ ਜੇ ਪਾਈਥਾਗੋਰਸ ਦਾ ਨਿਯਮ ਲਾ ਕੇ ਪਤਾ ਕਰਨਾ ਤਾਂ ਵੀ 10 ਆਏਗਾ। ਤੇ ਜੇ ਆਪਾਂ ਇੱਕ ਜਿਹੜੀ ਸਾਡੀ ਵਿਸ਼ੇਸ਼ ਜਿਹੜੀ ਤ੍ਰਿਕੁਟ ਹੈ 3 4 5 ਵਾਲੀ, ਉਹ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਹੈ ਵੀ 3 4 5 ਪਾਈਥਾਗੋਰਸ ਤ੍ਰਿਕੁਟ ਹੈ। 3 ਦਾ ਦੁੱਗਣਾ 6, 4 ਦਾ ਦੁੱਗਣਾ 8, ਤੇ ਤੀਜੀ ਭੁਜਾ ਆਪਣੇ ਆਪ ਹੀ 5 ਦਾ ਦੁੱਗਣਾ ਹੋਊਗਾ, ਤਾਂ ਇਹਦਾ ਮਤਲਬ 10 ਜਿਹੜੀ ਆ ਉਹ ਸਹੀ ਆਪਸ਼ਨ ਹੈ। ਇਸੇ ਤਰ੍ਹਾਂ ਕੁਐਸਚਨ ਨੰਬਰ 84 ਦੇ ਵਿੱਚ ਕਿਸੇ ਸਮਕੋਣ ਤ੍ਰਿਭੁਜ ਵਿੱਚ ਕੋਣ B 90 ਡਿਗਰੀ ਆ। ਫਿਰ ਆਪਾਂ ਉਸੇ ਤਰੀਕੇ ਨਾਲ ਇੱਕ ਸਮਕੋਣ ਬਣਾ ਕੇ ਉੱਥੇ B ਲਿਖ ਲਾਂਗੇ। AC, ਇਹਦਾ ਮਤਲਬ ਜੇ B ਇੱਥੇ ਹੈ,
A ਇੱਥੇ ਹੋਊਗਾ ਤੇ C ਇੱਥੇ ਹੋਊਗਾ ਤੇ AC ਜਿਹੜੀ ਆ ਉਹ ਪਹਿਲਾਂ ਹੀ 13 ਸੈਂਟੀਮੀਟਰ ਦਿੱਤੀ ਹੈ। BC ਸਾਡੀ 5 ਸੈਂਟੀਮੀਟਰ ਦਿੱਤੀ ਹੈ। ਫਿਰ ਵਿਦਿਆਰਥੀਓ ਇੱਥੇ ਵੀ ਅਸੀਂ ਕਰਨ ਦੇ ਵਰਗ ਚੋਂ ਆਧਾਰ ਦਾ ਵਰਗ ਮਾਈਨਸ ਕਰ ਦਿਆਂਗੇ ਤਾਂ ਉਹ AB ਦਾ ਵਰਗ ਆ ਜਾਏਗਾ ਤੇ ਕੱਲੀ AB ਦਾ ਮੁੱਲ ਕੱਢਣ ਲਈ ਉਹ ਜਿਹੜਾ ਉੱਤਰ ਆਏਗਾ ਉਹਦਾ ਵਰਗਮੂਲ ਕੱਢਾਂਗੇ। ਤਾਂ ਆਪਾਂ ਕੋਲੇ ਕੀ ਹੈ 13 ਦਾ ਵਰਗ ਹੈ, ਕਰਨ ਦਾ ਵਰਗ 13 13 ਹੈ 169, ਆਧਾਰ ਦਾ ਵਰਗ 25, 5 ਦਾ ਵਰਗ 9 ਚੋਂ 5 ਗਏ 4, 16 ਚੋਂ 2 ਗਏ 14, 144 ਹੈ ਜਿਹੜਾ ਇਹ ਕੀ ਹੈ ਇਹ AB ਦੇ ਵਰਗ ਦਾ ਮੁੱਲ ਹੈ ਤੇ ਕੱਲੇ AB ਦਾ ਮੁੱਲ 144 ਦਾ ਵਰਗਮੂਲ ਕੱਢਾਂਗੇ ਤਾਂ ਉਹ 12 ਸੈਂਟੀਮੀਟਰ। ਫਿਰ ਵਿਦਿਆਰਥੀਓ ਆਪਸ਼ਨ E ਹੈ ਜਿਹੜੀ ਉਹ ਤੁਹਾਡੀ ਸਹੀ ਆਪਸ਼ਨ ਹੈ। ਇਸੇ ਤਰੀਕੇ ਨਾਲ ਹੀ ਤੁਹਾਡੇ ਕੋਲੇ ਕੁਐਸਚਨ ਨੰਬਰ 85 ਹੈ, ਇਹ ਵੀ ਬਹੁਤ ਸੌਖਾ ਹੈ, ਇਹਨੂੰ ਧਿਆਨ ਨਾਲ ਦੇਖੋ। ਵਰਗਮੂਲ ਹੀ ਕੱਢਣਾ ਹੈ। ਜਦੋਂ ਆਪਾਂ ਪਿਛਲੇ 2 ਅੰਕਾਂ ਦਾ ਵਰਗਮੂਲ ਕੱਢਾਂਗੇ ਕਿਉਂਕਿ ਇਕਾਈ ਦਾ ਅੰਕ 6 ਹੈ ਤਾਂ ਕਿਹੜੇ ਅੰਕਾਂ ਨੂੰ ਗੁਣਾ ਕਰਕੇ 6 ਬਣਦਾ ਹੈ, ਜਾਂ ਤਾਂ 4 ਹੋਊਗਾ ਇਕਾਈ ਦਾ ਕਿਉਂਕਿ ਚੌਕੋ ਚੌਕੀ 16 ਬਣਦਾ ਹੈ, ਤੇ ਜਾਂ ਇਕਾਈ ਦਾ ਅੰਕ ਕਿੰਨਾ ਹੋਊਗਾ 6 ਕਮ ਸੇ ਕਮ 36 ਬਣਦਾ ਹੈ। ਪਹਿਲੀ ਗੱਲ ਦੇਖਦੇ ਹਾਂ ਆਪਾਂ ਵੀ ਇੱਥੇ 4 ਵਾਲੀਆਂ ਸੰਖਿਆਵਾਂ ਵੀ ਹੈਗੀਆਂ ਇਕਾਈ ਦਾ ਅੰਕ ਤੇ 6 ਵਾਲੀ ਵੀ ਹੈ, ਪਰ ਆਪਾਂ ਨੂੰ ਜਿਹੜੀ ਮੂਹਰੇ ਇੱਕ ਅੰਕ ਰਹਿ ਗਿਆ ਉਹਦੇ ਵਿੱਚੋਂ ਵੀ ਜੇ ਉਹਦਾ ਵਰਗਮੂਲ ਨਿਕਲਦਾ ਠੀਕ ਹੈ, ਨਹੀਂ ਤਾਂ ਉਸ ਤੋਂ ਛੋਟੀ ਸੰਖਿਆ ਤਾਂ 2 ਤੋਂ ਛੋਟੀ 1 ਹੈ, 1 ਦਾ ਵਰਗਮੂਲ 1 ਹੀ ਹੁੰਦਾ ਹੈ, ਤਾਂ ਇਹਦਾ ਮਤਲਬ 1.6 ਹੈ ਸਾਡਾ ਜਿਹੜਾ ਹੈ ਉਹ ਸਹੀ ਹੈ। ਵੈਸੇ ਵੀ ਸਾਨੂੰ ਪਤਾ ਕਿ 16 16 256 ਹੁੰਦਾ ਹੈ, ਇਸ ਕਰਕੇ 2.56 ਦਾ ਵਰਗਮੂਲ 1.6 ਹੋਏਗਾ। ਇਸ ਨਾਲ ਹੀ ਪਿਆਰੇ ਵਿਦਿਆਰਥੀਓ ਇਹ ਜਿਹੜਾ MCQ ਦੀ ਲੜੀ ਦਾ ਇੱਕ ਵੱਖਰਾ ਭਾਗ ਨਵਾਂ ਇੱਥੇ ਸਮਾਪਤ ਹੁੰਦਾ ਹੈ। ਇਸ ਤੋਂ ਅਗਲੇ ਭਾਗ ਦਾ ਇੰਤਜ਼ਾਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।